गुड मॉर्निंग स्टूडेंट्स, वेलकम बैक टू एक कदम केमिस्ट्री क्लासेस। प्लस 2 ਦੇ ਵਿੱਚ ਬੇਟਾ ਆਪਾਂ ਨੇ ਪੀ ਬਲੌਕ ਸਟਾਰਟ ਕੀਤਾ ਹੋਇਆ। ਪੀ ਬਲੌਕ ਦੇ ਵਿੱਚ ਮੈਂ ਤੁਹਾਨੂੰ ਕੱਲ ਦੱਸਿਆ ਸੀ ਲਾਸਟ ਵੀਡੀਓ ਦੇ ਵਿੱਚ ਆਪਣੇ ਕੋਲ ਟੋਟਲ 4 ਗਰੁੱਪਸ ਨੇ ਜਿਹੜੇ ਪਲੱਸ 2 ਦੇ ਅੰਦਰ ਆਉਂਦੇ ਨੇ। ਅਦਰਵਾਈਜ਼ ਟੋਟਲ 6 ਗਰੁੱਪਸ ਨੇ 12 13 14 15 16 17 ਐਂਡ 18। ਕੱਲ ਆਪਾਂ ਨੇ 15 ਗਰੁੱਪ ਸਟਾਰਟ ਕੀਤਾ ਸੀ ਨਾਈਟ੍ਰੋਜਨ ਫੈਮਿਲੀ। ਨਾਈਟ੍ਰੋਜਨ ਫੈਮਿਲੀ ਦੇ ਵਿੱਚ ਜਿਹੜੇ ਐਲੀਮੈਂਟਸ ਨੇ ਕਿਹੜੇ ਨੇ? ਨਾਈਟ੍ਰੋਜਨ, फास्फोरस, आर्सेनिक, एंटीमनी, बिस्मथ। ਉਹਦੇ ਵਿੱਚ ਕੱਲ ਆਪਾਂ ਨੇ 3 ਕੁਐਸਚਨਸ ਡਿਸਕਸ ਕਰ ਲਏ ਸੀ ਕਨਸੈਪਚੁਅਲ ਬੇਸਡ। ਨੈਕਸਟ ਕੁਐਸਚਨ ਤੇ ਆਏ ਬੇਟਾ, ਜਿਹੜਾ ਨੈਕਸਟ ਕੁਐਸਚਨ ਆਪਣੇ ਪਾਸ ਉਹ ਕਿਸ ਤੇ ਹੈ? ਬੇਸਿਕ ਸਟਰੈਂਥ। ਬੇਸਿਕ ਸਟਰੈਂਥ ਸਭ ਤੋਂ ਪਹਿਲੇ ਤਾਂ ਬੇਸ ਦਾ ਮਤਲਬ ਕੀ ਹੁੰਦਾ ਹੈ? ਤੁਸੀਂ ਪਲੱਸ 1 ਦੇ ਵਿੱਚ ਪੜ੍ਹ ਕੇ ਆਏ ਹੋਗੇ ਐਸਿਡ ਦੇ ਬੇਸ ਦੀਆਂ ਕਈ ਡੈਫੀਨੇਸ਼ਨਸ। ਉਹਦੇ ਵਿੱਚੋਂ ਇੱਕ ਲੂਇਸ ਕਨਸੈਪਟ ਨੇ ਐਸਿਡ ਦੇ ਬੇਸ ਦੀ ਇੱਕ ਡੈਫੀਨੇਸ਼ਨ ਸਟੱਡੀ ਕੀਤੀ ਸੀ। ਐਸਿਡ ਕੀ ਹੁੰਦਾ? ਔਨ ਦਾ ਬੇਸਿਸ ਆਫ ਲੂਇਸ ਕਨਸੈਪਟ, ਜਿਹਦੀ ਟੈਂਡੈਂਸੀ ਹੁੰਦੀ ਹੈ ਇਲੈਕਟ੍ਰੋਨਸ ਅਸੈਪਟ ਕਰਨ ਦੀ, ਤੇ ਬੇਸ ਕੀ ਹੁੰਦਾ ਹੈ? ਜਿਹਦੀ ਟੈਂਡੈਂਸੀ ਹੁੰਦੀ ਹੈ ਇਲੈਕਟ੍ਰੋਨਸ ਡੋਨੇਟ ਕਰਨ ਦੀ। ਕਿਹੜੇ ਇਲੈਕਟ੍ਰੋਨਸ? ਨੌਨ ਬੌਂਡਿੰਗ ਇਲੈਕਟ੍ਰੋਨਸ, ਜਿਹੜੇ ਕਿਸੇ ਨਾਲ ਹਲੇ ਬੌਂਡਿੰਗ ਫਾਰਮ ਚ ਪ੍ਰੈਜ਼ੈਂਟ ਨਹੀਂ ਹੈਗੇ। ਤਾਂ ਹੁਣ ਅਗਰ ਆਪਾਂ ਉਹ ਸਟੱਡੀ ਕਰਾਂਗੇ ਬੇਸਿਕ ਸਟਰੈਂਥ, ਅਮੋਨੀਅਮ, phosphine, arsenine and SbH3, ਤਾਂ ਆਪਾਂ ਦੇਖਾਂਗੇ ਕਿ ਇਹਨਾਂ ਦੇ ਵਿੱਚੋਂ ਸਟਰੋਂਗਰ ਬੇਸ ਕਿਹੜਾ ਹੈ। ਅਦਰਵਾਈਜ਼ ਇਹ ਚਾਰੋਂ ਦੇ ਚਾਰੋਂ ਬੇਸਿਕ ਨੇ। ਕਿਉਂ? ਕਿਉਂਕਿ ਹਰ ਦੇ ਸੈਂਟਰਲ ਐਟਮ ਦੇ ਵਿੱਚ ਇੱਕ ਕੀ ਹੈ? ਲੋਨ ਪੇਅਰ। ਲੋਨ ਪੇਅਰ ਦਾ ਮਤਲਬ ਕੀ ਨੇ? ਇਹ ਨੌਨ ਬੌਂਡਿੰਗ ਇਲੈਕਟ੍ਰੋਨਸ। ਤੇ ਜਿਹੜੇ ਇਹ ਨੌਨ ਬੌਂਡਿੰਗ ਇਲੈਕਟ੍ਰੋਨਸ ਨੇ ਇਹ ਆਪਣੇ ਇਲੈਕਟ੍ਰੋਨਸ ਨੂੰ ਡੋਨੇਟ ਕਰ ਸਕਦੇ ਨੇ। ਜਿਹਨੂੰ ਇਲੈਕਟ੍ਰੋਨਸ ਦੀ ਲੋੜ ਹੈ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਇਲੈਕਟ੍ਰੋਨ ਅਸੈਪਟਰ। ਤਾਂ ਇਹ ਇਲੈਕਟ੍ਰੋਨ ਅਸੈਪਟਰ ਹੈ H ਪੋਜ਼ਿਟਿਵ, ਤੇ ਇਹ ਕੀ ਇਲੈਕਟ੍ਰੋਨ ਡੋਨਰ। ਤਾਂ ਜਦੋਂ ਆਪਾਂ NH3 ਦੇ ਵਿੱਚ ਲੋਨ ਪੇਅਰ H ਪੋਜ਼ਿਟਿਵ ਨੂੰ ਦੇਵਾਂਗੇ ਤਾਂ ਆਪਾਂ ਨੂੰ ਇੱਥੋਂ ਕੀ ਮਿਲੇਗਾ? NH4 1 ਪੋਜ਼ਿਟਿਵ। ਇੱਥੇ ਕੀ ਆਏਗਾ? PH4 1 ਪੋਜ਼ਿਟਿਵ। ਇੱਥੇ ਆਪਣੇ ਪਾਸ ਕੀ ਆਏਗਾ? ASH4 1 ਪੋਜ਼ਿਟਿਵ। ਤੇ ਇੱਥੇ ਆਪਾਂ ਨੂੰ ਕੀ ਮਿਲੇਗਾ ਬੇਟਾ? SbH4 1 ਪੋਜ਼ਿਟਿਵ। ਠੀਕ, ਤਾਂ ਚਾਰੋਂ ਦੇ ਚਾਰੋਂ ਤਾਂ ਕੀ ਹੋ ਗਏ? ਬੇਸ। ਲੇਕਿਨ ਉਰੇ ਉਹਨਾਂ ਨੇ ਕੀ ਪੁੱਛਿਆ? ਬੇਸਿਕ ਸਟਰੈਂਥ। ਬੇਸਿਕ ਸਟਰੈਂਥ ਦਾ ਮਤਲਬ ਇਹਨਾਂ ਚਾਰਾਂ ਚੋਂ ਕਿਹੜਾ ਸਟਰੋਂਗਰ ਬੇਸ ਹੈ। ਹੁਣ ਜਦੋਂ ਮੈਂ ਕਹਿ ਰਿਹਾ ਸਟਰੋਂਗਰ ਬੇਸ, ਤਾਂ ਇਸ ਦਾ ਮਤਲਬ ਉਹ ਕੰਪਾਊਂਡ ਹਾਈ ਰਿਐਕਟਿਵ ਹੋਏਗਾ। ਹਾਈ ਰਿਐਕਟਿਵ ਦਾ ਮਤਲਬ ਕੀ ਹੈ? ਕਿ ਉਹ ਕੰਪਾਊਂਡ ਅਨਸਟੇਬਲ ਹੋਏਗਾ। ਤੇ ਜੇ ਉਹ ਸਟਰੋਂਗਰ ਬੇਸ ਹੈ ਤਾਂ H ਪੋਜ਼ਿਟਿਵ ਦੇ ਨਾਲ ਬੌਂਡ ਬਣਾਉਣ ਤੋਂ ਬਾਅਦ ਉਹ ਸਟੇਬਲ ਹੋ ਜਾਏਗਾ। ਤੇ ਇਸ ਨੂੰ ਧਿਆਨ ਨਾਲ ਸੁਣੋ। ਸਭ ਤੋਂ ਪਹਿਲਾਂ ਆਪਾਂ ਨਾਈਟ੍ਰੋਜਨ ਦੀ ਸਟੱਡੀ ਕਰਦੇ ਹਾਂ। ਜਦੋਂ ਨਾਈਟ੍ਰੋਜਨ ਆਪਣੇ ਲੋਨ ਪੇਅਰ H ਪੋਜ਼ਿਟਿਵ ਨੂੰ ਦੇਗਾ ਤਾਂ ਉੱਥੇ ਇੱਕ ਨਵਾਂ NH ਬੌਂਡ ਬਣ ਗਿਆ। ਨਵਾਂ NH ਬੌਂਡ, formation of new NH bond। Similarly, ਜਦੋਂ ਫਾਸਫੋਰਸ ਆਪਣੇ ਲੋਨ ਪੇਅਰਸ ਦੇਗਾ ਤਾਂ ਉੱਥੇ ਇੱਕ ਨਵਾਂ PH ਬੌਂਡ ਬਣ ਜਾਏਗਾ। ਹੁਣ ਜਿੰਨਾ ਬੌਂਡ ਇਹ ਸਟਰੋਂਗਰ ਹੋਏਗਾ, ਇਹਦਾ ਮਤਲਬ ਰਾਈਟ ਹੈਂਡ ਸਾਈਡ ਜਿਹੜਾ ਤੁਹਾਨੂੰ ਸਪੀਸੀਜ਼ ਨਜ਼ਰ ਆ ਰਿਹਾ ਉਹ ਉਨਾ ਹੀ ਜ਼ਿਆਦਾ ਸਟੇਬਲ ਹੋਏਗਾ। ਤਾਂ ਜਿਹੜੀ ਚੀਜ਼ ਪਹਿਲਾਂ ਜਿੰਨੀ ਜ਼ਿਆਦਾ ਸਟਰੋਂਗਰ ਹੁੰਦੀ ਹੈ ਉਹ ਅੱਗੇ ਜਾ ਕੇ ਉਨੀ ਹੀ ਜ਼ਿਆਦਾ ਸਟੇਬਲ ਹੁੰਦੀ ਹੈ। ਇਹ ਚੀਜ਼ ਦਿਮਾਗ 'ਚ ਰੱਖ ਲਓ। ਸਟਰੋਂਗ ਦਾ ਮਤਲਬ ਕੀ ਹੁੰਦਾ ਹੈ? ਅਨਸਟੇਬਲ, ਹਾਈਲੀ ਰਿਐਕਟਿਵ। ਤੇ ਸਟੇਬਲ ਦਾ ਮਤਲਬ ਕੀ ਹੁੰਦਾ ਹੈ? ਵੀਕ ਮੀਨਸ ਲੈਸ ਰਿਐਕਟਿਵ। ਹੁਣ ਸਾਰੀ ਦੀ ਸਾਰੀ ਗੱਲ ਕਿਸ ਤੇ ਟਿਕੀ ਹੋਈ ਹੈ? ਬੌਂਡ ਤੇ। ਹੁਣ ਸੋਚੋ ਕਿ NH ਬੌਂਡ ਸਟਰੋਂਗਰ ਹੋ ਸਕਦਾ ਹੈ ਜਾਂ PH ਬੌਂਡ। ਇਹ ਬੌਂਡ ਉਨਾ ਹੀ ਸਟਰੋਂਗਰ ਹੋਏਗਾ ਜਿੰਨੀ ਬੌਂਡ ਲੈਂਥ ਘੱਟ ਹੋਏਗੀ। ਮਤਲਬ ਬੌਂਡ ਸਟਰੈਂਥ ਇਨਵਰਸਲੀ ਪ੍ਰੋਪੋਰਸ਼ਨਲ ਟੂ ਬੌਂਡ ਲੈਂਥ। ਜਿੰਨੀ ਬੌਂਡ ਲੈਂਥ ਘੱਟ ਉਨੀ ਬੌਂਡ ਸਟਰੈਂਥ ਜ਼ਿਆਦਾ, ਉਨੇ ਜ਼ਿਆਦਾ ਉਹ ਸਟੇਬਲ। ਤੇ ਅਗਰ ਉਹ ਉਨੇ ਜ਼ਿਆਦਾ ਸਟੇਬਲ ਹੈ ਤੇ ਇਹਦਾ ਮਤਲਬ ਉਹਦਾ ਜਿਹੜਾ ਬੇਸ ਹੋਏਗਾ ਉਨਾ ਹੀ ਸਟਰੋਂਗਰ ਹੋਊਗਾ।
स्ट्रेंथ ज्यादा होगी जिवें आपां दो दी स्टडी कर रहे हैं NH बॉन्ड स्ट्रॉन्गर होएगा या PH बॉन्ड स्ट्रॉन्गर होएगा जिहदी बॉन्ड लेंथ छोटी होएगी हुण बॉन्ड लेंथ छोटी किस तरह देख सकते हैं बहुत ही इजी साइज ऑफ एटम क्योंकि जिन्ना एटम का साइज छोटा होगा एटम के सेंटर के न्यूक्लियस तो लैके हाइड्रोजन एटम के न्यूक्लियस का डिस्टेंस घट होगा आह न्यूक्लियस किसका है मान लो नाइट्रोजन है आह न्यूक्लियस किसका होएगा हाइड्रोजन हुण जिन्ना नाइट्रोजन का साइज छोटा है ਇਹਦਾ मतलब ਇਹਨਾਂ ਦੇ ਵਿੱਚ ਵਿਚਾਲੇ ਜਿਹੜਾ ਇੰਟਰ ਨਿਊਕਲੀਅਰ ਡਿਸਟੈਂਸ ਹੈ ਜਿਹਨੂੰ ਆਪਾਂ ਬੌਂਡ ਲੈਂਥ ਕਹਿ ਦਿੰਦੇ ਆ ਉਹ ਘੱਟ ਹੋਏਗੀ ਜਿੰਨੀ ਬੌਂਡ ਲੈਂਥ ਘੱਟ ਹੋਏਗੀ ਉਹਨਾਂ ਬੌਂਡ ਸਟ੍ਰੈਂਥ ਜ਼ਿਆਦਾ ਹੋਏਗਾ ਤਾਂ ਇਸ ਦਾ ਮਤਲਬ ਸਾਰੀ ਦੀ ਸਾਰੀ ਜਿਹੜੀ ਇਹ ਗੱਲ ਹੈ ਕਿਸसे ਟਿਕੀ ਹੋਈ ਹੈ ਸਾਈਜ਼ ਆਫ ਐਟਮ which means smaller the size internuclear distance will be smaller bond length will be smaller and high bond strength and molecule will be more stable ਤਾਂ ਦੱਸੋ किसका साइज छोटा किसका साइज बड़ा डाउन द साइज increases if down the group size increases bond length increases bond strength decreases so NH bond is stronger than PH bond is stronger than ASH bond stronger than SBH bond ਤਾਂ ਜਿਹੜਾ ਨਿਊ ਬੌਂਡ ਬਣ ਰਿਹਾ ਹੈ ਉਹ ਬੌਂਡ ਸਭ ਤੋਂ ਜ਼ਿਆਦਾ ਸਟਰੋਂਗਰ ਕਿਸ ਕੇਸ ਹੋਏਗਾ NH41 ਪੋਜ਼ਿਟਿਵ ਦੇ ਵਿੱਚ ਕਿਉਂਕਿ ਨਾਈਟ੍ਰੋਜਨ ਦਾ ਸਾਈਜ਼ ਕੀ ਹੈ ਛੋਟਾ ਤਾਂ ਇਹ ਅਗਰ ਸਭ ਤੋਂ ਜ਼ਿਆਦਾ ਸਟੇਬਲ ਬਣ ਰਿਹਾ ਹੈ ਇਸ ਦਾ ਮਤਲਬ ਇਹਦਾ ਬੇਸਿਕ ਹੋਏਗਾ ਸਟਰੋਂਗਰ ਤਾਂ ਸਭ ਤੋਂ ਜ਼ਿਆਦਾ ਬੇਸਿਕ ਸਟਰੈਂਥ ਕਿਸ ਦੀ ਹੋਏਗੀ ਅਮੋਨੀਆ ਦੀ ਤਾਂ ਡਿਕਰੀਜ਼ਿੰਗ ਆਰਡਰ ਕੀ ਹੋਏਗਾ ਆਪਣੇ ਪਾਸ NH3 greater than PH3 greater than ASH3 greater than SBH3 clear है students ਹੁਣ ਆਪਾਂ ਆਨੇ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਹੈ ਬੱਚੋ ਰਿਡਿਊਸਿੰਗ ਏਜੰਟ ਤੇ ਰਿਡਿਊਸਿੰਗ ਏਜੰਟ ਜਿਹੜਾ BiH3 ਹੈ BiH3 ਇਹ ਸਟਰੋਂਗ ਰਿਡਿਊਸਿੰਗ ਏਜੰਟ ਹੁੰਦਾ ਹੈ among the hydrides of same group elements ਜਿਹੜੇ 15 group elements ਨੇ NH3 PH3 then ASH3 SBH3 and BiH3 ਜਿਹੜੇ 15 group elements ਨੇ ਅਗਰ ਉਹ ਹਾਈਡਰਾਈਡ ਫਾਰਮ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਉਹਨਾਂ ਹਾਈਡਰਾਈਡਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਟਰੋਂਗਰ ਰਿਡਿਊਸਿੰਗ ਏਜੰਟ ਕਿਹੜਾ ਹੈ BiH3 ਕਿਉਂ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਆਪਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਰਿਡਿਊਸਿੰਗ ਏਜੰਟ ਕਿਹੜਾ ਹੁੰਦਾ ਹੈ ਰਿਡਿਊਸਿੰਗ ਏਜੰਟ ਤੇ ਆਕਸੀਡਾਈਜ਼ਿੰਗ ਏਜੰਟ ਸਟੱਡੀ ਆਪਾਂ ਰਿਡੌਕਸ ਰਿਐਕਸ਼ਨ ਚ +1 ਚ ਪੜ੍ਹੀ ਸੀ ਰਿਡਿਊਸਿੰਗ ਏਜੰਟ ਹੁੰਦਾ ਹੈ ਜਿਹੜਾ ਸਾਹਮਣੇ ਵਾਲੇ ਨੂੰ ਰਿਡਿਊਸ ਕਰੇ ਤੇ ਖੁਦ ਕੀ ਹੋ ਜੇ ਉਹ ਆਕਸੀਡਾਈਜ਼ ਸਾਹਮਣੇ ਵਾਲੇ ਨੂੰ ਰਿਡਿਊਸ ਕਰਨ ਦਾ ਮਤਲਬ ਕੀ ਹੋਇਆ ਸਾਹਮਣੇ ਵਾਲੇ ਨੂੰ ਉਹ ਰਿਡਿਊਸ ਕਰੇ ਦਾ ਮਤਲਬ ਉਸ ਦੀ ਕੀ ਹੋਏਗੀ ਰਿਡਕਸ਼ਨ ਖੁਦ ਆਕਸੀਡਾਈਜ਼ ਹੋ ਰਿਹਾ ਇਹਦਾ ਮਤਲਬ ਉੱਥੇ ਕੀ ਹੋਏਗੀ ਆਕਸੀਡੇਸ਼ਨ ਹੁਣ ਰਿਡਕਸ਼ਨ ਦੇ ਵਿੱਚ ਇੱਕ ਡੈਫੀਨੇਸ਼ਨ ਹੁੰਦੀ ਹੈ addition of hydrogen अगर हाइड्रोजन की एडिशन होवे तो इसका मतलब होती रिडक्शन तो इसके उल्ट रिमूवल ऑफ हाइड्रोजन मींस ऑक्सीडेशन तो अगर आप किसी को रिड्यूसिंग एजेंट कहते हैं तो वो सामने वाले को रिड्यूस किवें कर रहे हैं अगर वो अपने अंदरों की बाहर कट रहे हैं हाइड्रोजन तो देखो ਇਹਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਹਾਈਡਰੋਜਨ ਤਾਂ ਉਹ BiH3 ਰਿਡਿਊਸਿੰਗ ਏਜੰਟ ਤਾਂ ਹੈ ਨਾਲੋਂ ਨਾਲ ਇਹ ਸਟਰੋਂਗਰ ਵੀ ਹੈ ਤਾਂ ਸਟਰੋਂਗਰ ਦਾ ਮਤਲਬ ਕੀ ਹੋਇਆ ਜਿਹੜੀ ਚੀਜ਼ ਮੈਂ ਹੁਣੀ ਦੱਸੀ ਸੀ ਸਟਰੋਂਗਰ ਮੀਨਸ ਇਹ ਇਸ ਵਕਤ ਕੀ ਹੈ ਅਨਸਟੇਬਲ तो ही चीज होगी अनस्टेबल का मतलब ਇਹਦੇ ਅੰਦਰ ਜਿਹੜਾ ਬੌਂਡ ਹੈ BiH ਬੌਂਡ ਉਹ ਈਜ਼ੀਲੀ ਕੀ ਹੋ ਸਕਦਾ ਹੈ ब्रेक ਤਾਂ ਜੇ ਬੌਂਡ ਇਹ ਈਜ਼ੀਲੀ ਬ੍ਰੇਕ ਹੋ ਰਿਹਾ ਹੈ ਇਹਦਾ ਮਤਲਬ ਇਹਦੀ ਬੌਂਡ ਸਟਰੈਂਥ ਇੰਨੀ ਅੱਛੀ ਨਹੀਂ ਹੈ ਬੌਂਡ ਸਟਰੈਂਥ ਘੱਟ ਹੈ ਤੇ ਬੌਂਡ ਸਟਰੈਂਥ ਘੱਟ ਹੋਣ ਦਾ ਮਤਲਬ ਕੀ ਹੋਇਆ ਇਸ ਦੀ ਬੌਂਡ ਲੈਂਥ ਕੀ ਹੋਏਗੀ
बॉन्ड लेंथ ज्यादा है, तो बॉन्ड लेंथ ज्यादा होने का कारण क्या है? इंटरन्यूक्लियर डिस्टेंस बिटवीन टू एटम्स। बिस्मथ का साइज वड्डा होने करके बिस्मथ के न्यूक्लियस तो लेके हाइड्रोजन के न्यूक्लियस तक का डिस्टेंस बाकियों नालों ज्यादा होगा। अगर यह इंटरन्यूक्लियर डिस्टेंस ज्यादा है तो यदि बॉन्ड लेंथ ज्यादा है, इस करके यह बॉन्ड इजीली की हो जाता है ब्रेक, जिदे विचों ਤੁਹਾਨੂੰ ਕੀ मिलता है? हाइड्रोजन। So due to larger size of bismuth atom, internuclear distance between bismuth and hydrogen will be very high. इस internuclear distance करके bond की हो जाता है easily break। ਇਹਦਾ मतलब BiS3 is stronger reducing agent। ਤਾਂ ਇਸ ਦਾ अगर ਆਪਾਂ ਨੇ order ਲਿਖਣਾ ਹੋਵੇ ਤਾਂ order ਕੀ ਬਣ ਸਕਦਾ ਹੈ? ਇਹਦਾ ਉਲਟ ਹੋ ਗਿਆ basic strength ਦੇ, ਦੇਖੋ NS3 PS3 ASX3 SBX3 and BIX3। ਤਾਂ ਇਹਨਾਂ ਦੇ ਵਿੱਚ ਸਟਰੋਂਗਰ ਰਿਡਿਊਸਿੰਗ ਏਜੰਟ BIX3 ਕਿਉਂਕਿ ਉਹਦਾ ਸਾਈਜ਼ ਸਭ ਤੋਂ ਵੱਡਾ ਹੈ, ਤਾਂ ਜਿਹਦਾ ਸਾਈਜ਼ ਸਭ ਤੋਂ ਛੋਟਾ ਹੈ ਉਹਦਾ ਬੌਂਡ ਸਟਰੈਂਥ ਬਹੁਤ ਜ਼ਿਆਦਾ ਹੈ, ਉਹਦੀ ਬੌਂਡ ਲੈਂਥ ਬਹੁਤ ਛੋਟੀ, ਉਹਦਾ ਬੌਂਡ ਇਜ਼ਲੀ ਬ੍ਰੇਕ ਨਹੀਂ ਹੋਏਗਾ। ਇਹਦਾ ਮਤਲਬ ਅਮੋਨੀਆ ਇਜ਼ very stable। ਇਹਦਾ ਮਤਲਬ ਅਮੋਨੀਆ ਇਜ਼ weak reducing agent। so the increasing order is this one। clear है क्वेश्चन? ਹੁਣ ਆਪਾਂ नेक्स्ट क्वेश्चन, ਜਿਹੜਾ नेक्स्ट क्वेश्चन है वो किस पे बेस्ड है? कैटिनेशन प्रॉपर्टी। कैटिनेशन प्रॉपर्टी ਕੀ ਹੁੰਦੀ ਹੈ? कैटिनेशन प्रॉपर्टी ਇਹ ਹੁੰਦੀ ਹੈ ਸੈਲਫ ਲਿੰਕਿੰਗ प्रॉपर्टी। ਸੈਲਫ ਲਿੰਕਿੰਗ ਤੇ ਇਹ ਜਿਹੜੀ ਸੈਲਫ ਲਿੰਕਿੰਗ प्रॉपर्टी ਹੈ ਕਿਸ ਤੇ ਡਿਪੈਂਡ ਕਰਦੀ ਹੈ? ਕੋਵਲੈਂਟ ਬੌਂਡ ਸਟਰੈਂਥ। ਕੋਵਲੈਂਟ ਬੌਂਡ ਸਟਰੈਂਥ। ਤਾਂ ਧਿਆਨ ਨਾਲ ਸੁਣਿਓ, ਸਭ ਤੋਂ ਪਹਿਲਾਂ ਮੈਂ ਇਹ ਐਕਸਪਲੇਨ ਕਰਦਾ ਹਾਂ। मान लो अपने पास कोई एक एटम ऑफ पर्टिकुलर एलिमेंट है ए खुद दे नाल बॉन्ड बना रहे हैं। सो ए विद ए। हुण बच्चों अगर ये बॉन्ड स्ट्रोंगर होएगा ना तां ही अगे एक होर बॉन्ड बन सकता है ए दे नाल। तां जिन्नी ज्यादा बॉन्ड स्ट्रेंथ हुंदी है उत्थे उन्नी ही ज्यादा तुहानू लॉन्गर चेन नजर आती है। लॉन्गर चेन मतलब ए विद ए, फिर विद ए, फिर अगेन अगे ए दे नाल बॉन्ड बनेगा, फिर अगे अगेन ए दे नाल बॉन्ड बनेगा। तो यह की है? कोवलेंट बॉन्ड स्ट्रेंथ। क्योंकि जिन्ना बॉन्ड स्ट्रोंगर होएगा, जिन्नी ज्यादा कोवलेंट बॉन्ड स्ट्रेंथ होएगी ਤੁਹਾਨੂੰ ਉਸ ਦੇ ਵਿੱਚ ਉਨੀ ही ज्यादा की नजर आएगी सेल्फ लिंकिंग। सेल्फ का मतलब होता है खुद दे नाल अगे लिंक होना। मतलब मैं अगर कहदा कि मेरे किन्ने रूप ने 10 ने, मैं अपने ही 10 लेना, तो वो ਜਿਹੜੇ 10 ਨੇ अगर 10 ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਂ ਤੁਸੀਂ ਕਹੋਗੇ ਕਿ ਸੁਕ੍ਰਿਤ ਸਰ ਦੇ ਅੰਦਰ ਕੀ ਹੈ? ਸੈਲਫ ਲਿੰਕਿੰਗ ਪ੍ਰੋਪਰਟੀ। ਤਾਂ ਅਗਰ ਤੁਹਾਨੂੰ ਮੇਰੇ ਟੋਟਲ 20 ਐਟਮਸ ਬੌਂਡਿੰਗ ਫਾਰਮ ਚ ਨਜ਼ਰ ਆ ਰਹੇ, ਤੁਸੀਂ ਕਹੋਗੇ ਸਰ ਦੀ ਕੈਟੀਨੇਸ਼ਨ ਪ੍ਰੋਪਰਟੀ ਬਹੁਤ ਜ਼ਿਆਦਾ ਹੈ। ਤਾਂ ਉਹ ਤਾਂ ਹੀ ਤੁਹਾਨੂੰ 20 ਚੇਨ ਫਾਰਮ ਚ ਨਜ਼ਰ ਆਣਗੇ ਜੇ ਪਹਿਲੇ ਦੋ ਐਟਮਸ ਦੇ ਵਿੱਚੋਂ ਬੌਂਡ ਸਟਰੋਂਗਰ ਹੋਏਗਾ। ਤੇ ਇਹ ਬੌਂਡ ਸਟਰੋਂਗਰ ਕਿਹਦੇ ਵਿੱਚ ਹੋਏਗਾ? ਇਹ ਚੀਜ਼ ਆਪਾਂ ਦੇਖਦੇ ਹਾਂ 15th ਗਰੁੱਪ ਦੇ ਵਿੱਚ। ਤਾਂ ਹੁਣ 15th ਗਰੁੱਪ ਦੇ ਵਿੱਚ ਕੁਐਸਚਨ ਬੇਟਾ ਆਲਰੇਡੀ ਮੈਂ ਤੁਹਾਨੂੰ ਭੇਜ ਰਿਹਾ, ਨੋਟਸ ਭੇਜ ਰਿਹਾ, ਐਕਸਪਲੇਨੇਸ਼ਨ ਉਹਦੇ ਵਿੱਚ ਹੈ, ਲੇਕਿਨ ਸਮਝਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਨਾਈਟ੍ਰੋਜਨ ਦਾ ਨਾਈਟ੍ਰੋਜਨ ਨਾਲ ਬੌਂਡ ਬਣ ਗਿਆ, ਫਾਸਫੋਰਸ ਦਾ ਫਾਸਫੋਰਸ ਨਾਲ। ਮੈਂ ਹਾਲੇ ਬਿਲਕੁਲ ਨਹੀਂ ਦੱਸੂਗਾ ਇਹਨਾਂ ਦੋਨਾਂ ਚੋਂ ਕਿਹਦੀ ਕੈਟੀਨੇਸ਼ਨ ਪ੍ਰੋਪਰਟੀ ਜ਼ਿਆਦਾ ਹੈ, ਤੁਸੀਂ ਖੁਦ ਸੋਚੋ। ਹੁਣ ਨਾਈਟ੍ਰੋਜਨ ਦਾ ਨਾਈਟ੍ਰੋਜਨ ਨਾਲ ਬੌਂਡ ਬਣਿਆ, ਇੱਕ ਬੌਂਡ ਬਣਨ ਤੋਂ ਬਾਅਦ नाइट्रोजन को लोन पेयर्स होंगे क्योंकि नाइट्रोजन को कितने वैलेंस इलेक्ट्रॉन्स होते हैं? 5 जो एक इलेक्ट्रॉन नाइट्रोजन का इस दे नाल कोवलेंट बॉन्ड बना रहे हैं। पीछे कितने रहते हैं? बस 4। तो ਜਿਹੜੇ 4 ਨੇ ਉਹ 2 ਲੋਨ ਪੇਅਰਸ ਦੇ ਫਾਰਮ ਚ ਨਜ਼ਰ ਆਉਂਦੇ। ਹੁਣ ਉਸ ਤੋਂ ਬਾਅਦ ਨਾਈਟ੍ਰੋਜਨ ਦਾ ਸਾਈਜ਼ ਛੋਟਾ ਹੁੰਦਾ ਹੈ, ਇੰਟਰਨਿਊਕਲੀਅਰ ਡਿਸਟੈਂਸ ਘੱਟ ਹੋਏਗਾ। ਜੀ ਇੰਟਰਨਿਊਕਲੀਅਰ ਡਿਸਟੈਂਸ ਘੱਟ ਹੈ ਤਾਂ ਆਹ ਲੋਨ ਪੇਅਰ ਇਸ ਲੋਨ ਪੇਅਰ ਨੂੰ ਰਿਪੈਲ ਕਰਨਗੇ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਲੋਨ ਪੇਅਰ
ਹੁਣ ਤੁਸੀਂ ਸੋਚੋ ਜਦੋਂ ਇਹ ਦੋਨੋਂ ਐਟਮਸ ਬਹੁਤ ਨੇੜੇ ਹੋਣਗੇ ਤਾਂ ਉੱਥੇ ਲੋਨ ਪੇਅਰ ਰਿਪਲਸ਼ਨ ਬਹੁਤ ਜ਼ਿਆਦਾ ਹੋਊਗੀ। ਇਹ ਲੋਨ ਪੇਅਰ ਇਸ ਬੌਂਡ ਪੇਅਰ ਨੂੰ ਵੀ ਫਿਰ ਰਿਪੈਲ ਕਰੇਗਾ। ਤਾਂ ਜਦੋਂ ਇਹ ਰਿਪਲਸ਼ਨ ਵਧੀ ਤਾਂ ਉਸ ਵਕਤ ਇਹਦੀ ਬੌਂਡ ਲੈਂਥ ਕੀ ਹੋ ਜਾਏਗੀ? ਇੰਕਰੀਜ਼। ਤਾਂ ਇਸ ਦਾ ਮਤਲਬ ਸਾਰੀ ਕਹਾਣੀ ਅਗੇਨ ਸਾਈਜ਼ ਤੇ ਟਿਕੀ ਹੋਈ ਹੈ। ਜਿੰਨਾ ਸਾਈਜ਼ ਐਟਮ ਦਾ ਛੋਟਾ ਹੋਏਗਾ ਉਹਦੇ ਵਿੱਚ ਲੋਨ ਪੇਅਰ ਦਾ ਡਿਸਟੈਂਸ ਪਹਿਲਾਂ ਘੱਟ ਹੋਏਗਾ, ਜਿਹਦੇ ਕਰਕੇ ਉਹਦੇ ਵਿੱਚ ਰਿਪਲਸ਼ਨ ਇੱਕਦਮ ਇੰਕਰੀਜ਼ ਹੋ ਜਾਏਗੀ। ਉਸ ਰਿਪਲਸ਼ਨ ਇੰਕਰੀਜ਼ ਹੋਣ ਕਰਕੇ ਉਹਦੀ ਬੌਂਡ ਲੈਂਥ ਇੰਕਰੀਜ਼ ਹੋਗੀ। ਜੇ ਬੌਂਡ ਲੈਂਥ ਇੰਕਰੀਜ਼ ਹੋਗੀ ਤਾਂ ਬੌਂਡ ਸਟਰੈਂਥ ਡਿਕਰੀਜ਼ ਹੋਗੀ। ਜੇ ਬੌਂਡ ਸਟਰੈਂਥ ਹੀ ਡਿਕਰੀਜ਼ ਹੋਗੀ ਤਾਂ ਅੱਗੇ ਫਿਰ ਨਵਾਂ ਬੌਂਡ ਕਿਵੇਂ ਬਣੇਗਾ, ਅੱਗੇ ਉਹ ਸੈਲਫ ਲਿੰਕਿੰਗ ਕਿਵੇਂ ਸ਼ੋ ਕਰੇਗਾ? ਤਾਂ ਇਸ ਦਾ ਮਤਲਬ ਦੱਸੋ ਹੁਣ ਕੀ ਚ ਕੈਟੀਨੇਸ਼ਨ ਪ੍ਰੋਪਰਟੀ ਘੱਟ ਹੋਏਗੀ, ਕੀ ਚ ਜ਼ਿਆਦਾ ਹੋਏਗੀ? ਜਿਸ ਐਟਮ ਦਾ ਸਾਈਜ਼ ਛੋਟਾ ਹੈ ਉਹਦੀ ਕੈਟੀਨੇਸ਼ਨ ਪ੍ਰੋਪਰਟੀ ਘੱਟ ਹੋਏਗੀ, that is ਨਾਈਟ੍ਰੋਜਨ। ਤਾਂ ਕਦੀ ਤੁਸੀਂ ਸੁਣਿਆ N4 N5 ਕਦੀ ਸੁਣਿਆ? ਲੇਕਿਨ P4 ਹੁੰਦਾ ਹੈ। ਤਾਂ ਦੇਖੋ ਜੇ P4 ਐਗਜ਼ਿਸਟ ਕਰਦਾ ਹੈ, ਵਾਈਟ ਫਾਸਫੋਰਸ, ਬਲੈਕ ਫਾਸਫੋਰਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਫਾਸਫੋਰਸ ਹੁੰਦੇ ਨੇ, ਪੋਲੀਮੈਰਿਕ ਸਟਰਕਚਰ ਬਣਦਾ ਹੈ। ਜਿਵੇਂ ਆਪਾਂ ਆਰਗੈਨਿਕ ਕੈਮਿਸਟਰੀ ਦੇ ਵਿੱਚ ਸਟੱਡੀ ਕਰਦੇ ਆ ਨਾ ਕਿ ਕਾਰਬਨ ਕਿੰਨੇ ਆਰਗੈਨਿਕ ਕੰਪਾਊਂਡਸ ਦਿੰਦਾ ਹੈ। ਕਾਰਬਨ ਦੀ ਕੈਟੀਨੇਸ਼ਨ ਪ੍ਰੋਪਰਟੀ ਪੂਰੇ ਪੀਰੀਓਡਿਕ ਟੇਬਲ 'ਚ ਜ਼ਿਆਦਾ ਹੈ, ਕਿਉਂਕਿ ਕਾਰਬਨ ਦੇ ਨਾਲ ਜਿਹੜੀ ਬੌਂਡ ਹੁੰਦਾ ਹੈ ਉਹ ਬਹੁਤ ਜ਼ਿਆਦਾ ਸਟਰੋਂਗਰ ਹੁੰਦਾ ਹੈ। ਤਾਂ ਇਸ ਦਾ ਮਤਲਬ ਕੈਟੀਨੇਸ਼ਨ ਪ੍ਰੋਪਰਟੀ ਡਿਪੈਂਡਸ ਅਪਨ ਬੌਂਡ ਸਟਰੈਂਥ and bond strength depends upon internuclear distance and internuclear distance depends upon size of atom। ਤਾਂ ਜਿੰਨਾ ਐਟਮ ਦਾ ਸਾਈਜ਼ ਛੋਟਾ ਓਨੀ ਜ਼ਿਆਦਾ LP repulsions, ਓਨੀ ਜ਼ਿਆਦਾ bond length and decreases catenation property। So phosphorus shows greater catenation property than nitrogen। clear है क्वेश्चन? तो आपने बेटा 3 क्वेश्चन डिस्कस किए हैं। फर्स्ट क्वेश्चन केड़ा सी अपने पास बेसिक स्ट्रेंथ, फिर उसके बाद सेकंड क्वेश्चन केड़ा सी रिड्यूसिंग एजेंट, ते थर्ड क्वेश्चन अपने पास केड़ा सी कैटिनेशन प्रॉपर्टी। इसनु रीकैप करियो बेटा, कोई डाउट होवे मेनू पूछ लिया करो, फ्री टू कॉल मी। बाकी ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਪੀ ਬਲੌਕ ਦੇ ਕੁਐਸਚਨਸ।